ਮਾਸੀ ਬਸ਼ੀਰਾਂ ਹੱਸ ਕੇ ਆਖਦੀ, ਜੇ ਮੇਰਾ ਜੀ ਚੰਦਰਾ ਰੋਜ਼ ਦੀ ਘਰ ਆਇਆ ਤਾਂ। ਮਾਂ ਆਖਦੀ, ਬਿਸਮਿल्ला, ਤੂੰ ਜਮ ਆ, ਤੈਨੂੰ ਕੋਈ ਮੋੜ ਏ ਬਸ਼ੀਰਾਂ, ਤੇਰਾ ਆਪਣਾ ਘਰ ਏ। ਦੋਵੇਂ ਭੈਣਾਂ ਇੱਕ ਦੂਜੇ ਨਾਲ ਝਟਕ ਹੱਸਦੀਆਂ ਤੇ ਦੁੱਖ ਸੁੱਖ ਦੀਆਂ ਗੱਲਾਂ ਕਰਦੀਆਂ ਰਹੀਆਂ। ਜਦ ਮਾਸੀ ਉੱਠ ਕੇ ਜਾਣ ਲੱਗੀ ਤਾਂ ਮਾਂ ਆਖਿਆ, ਜਰਾ ਦੀ ਜਰਾ ਬਹਿ ਜਾ ਬਸ਼ੀਰਾਂ, ਪਹਿਲੀ ਵਾਰ ਆਈ ਏ, ਖਾਲੀ ਹੱਥ ਤੇ ਮੈਂ ਨਹੀਂ ਜਾਣ ਦੇਣਾ। ਮਾਂ ਅੰਦਰ ਜਾ ਕੇ ਇੱਕ ਭਾਂਡੇ ਵਿੱਚ ਅੱਧਾ ਕੁ ਸੇਰ ਦੇਸੀ ਘਿਓ ਤੇ ਇੱਕ ਕੱਪੜੇ ਵਿੱਚ 6-7 ਸੇਰ ਸੱਤੂ ਬੰਨ੍ਹ ਲਿਆਈ। ਲੈ ਭੈਣ, ਇਹ ਤੇਰੀ ਧੀ ਵਾਸਤੇ ਨੇ। ਮਾਸੀ ਬਸ਼ੀਰਾਂ ਮਾੜੀ ਮੋਟੀ ਰਵਾਇਤੀ ਨਾਂਹ ਨੁੱਕਰ ਕੀਤੀ ਤੇ ਫੇਰ ਦੋਵੇਂ ਸ਼ੈਆਂ ਬਿਸਮਿल्ला ਕਰਕੇ ਕਬੂਲ ਕਰ ਲਈਆਂ। ਮੇਰੇ ਲਈ ਮਾਂ ਦਾ ਹੁਕਮ ਹੋਇਆ ਕਿ ਮਾਸੀ ਦੇ ਨਾਲ ਜਾ ਕੇ ਸੱਤੂ ਉਹਨਾਂ ਦੇ ਘਰ ਅੱਪੜਾ ਆਵਾਂ। ਭਲਾ ਮਾਸੀ ਦੇ ਘਰ ਜਾਵਣ ਤੋਂ ਮੈਨੂੰ ਕਿਹੜੀ ਇਨਕਾਰ ਸੀ। ਮੇਰਾ ਤੇ ਦਿਲ ਕਰਦਾ ਸੀ ਕਿ ਮਾਸੀ ਤੋਂ ਵੀ ਪਹਿਲਾਂ ਅੱਪੜ ਜਾਵਾਂ। ਮੈਂ ਸੱਤੂ ਸਿਰ ਉੱਤੇ ਚੁੱਕ ਲਏ ਤੇ ਘਿਓ ਵਾਲਾ ਭਾਂਡਾ ਹੱਥ ਵਿੱਚ ਲਮਕਾ ਲਿਆ। ਮਾਸੀ ਤੋਂ ਵੀ ਕਾਲਾ ਉੱਠ ਤੁਰਿਆ, ਬਹੁਤ ਹੀ ਅੱਗੇ। 5-7 ਬੈਲੀਆਂ ਦੀ ਵਿੱਥ ਤੇ ਸ਼ਾਹੂ ਦੇ ਖੋਲੇ ਸਨ। ਮੇਰੀ ਕਾਲੀ ਨੂੰ ਵੇਖ ਕੇ ਮਾਸੀ ਪਿੱਛੋਂ ਆਵਾਜ਼ ਮਾਰੀ, ਐ ਹੈ ਵੀਰਾ, ਸਾਨੂੰ ਵੀ ਰਲ ਲੈਣ ਦੇ, ਤੂੰ ਤੇ ਉੱਡਿਆ ਹੀ ਜਾਨਾ ਏ। ਮਾਸੀ ਆਪਣੀ ਕੁੜੀ ਨੂੰ ਉਂਗਲੀ ਲਾਈ ਰਾਹੇ ਟੋਰੀ ਆਉਂਦੀ ਸੀ। ਮੈਂ ਖਲੋ ਗਿਆ, ਪਰ ਮੇਰਾ ਦਿਲ ਕਰਦਾ ਸੀ ਕਿ ਮਾਸੀ ਤੇ ਉਹਦੀ ਧੀ ਨੂੰ ਵੀ ਮੋਢਿਆਂ ਉੱਤੇ ਚੁੱਕ ਲਵਾਂ ਤੇ ਅੱਖ ਝਪਕਣ ਤੋਂ ਪਹਿਲਾਂ ਸ਼ਾਹੂ ਦੇ ਖੋਲਿਆਂ ਵਿੱਚ ਅੱਪੜ ਜਾਵਾਂ। ਪਰ ਮਾਸੀ ਦੀਆਂ ਤੇ ਜਿਵੇਂ ਲੱਤਾਂ ਹੀ ਜੋੜੀਆਂ ਗਈਆਂ ਸਨ। ਮਾਸੀ ਨੇੜੇ ਆ ਕੇ ਆਖਿਆ, ਮੇਰੇ ਨਾਲ ਟੁਰਦਿਆਂ ਤੈਨੂੰ ਸ਼ਰਮ ਆਉਂਦੀ ਏ? ਨਹੀਂ ਮਾਸੀ। ਫਿਰ ਤੈਨੂੰ ਕਾਹਦੀ ਕਾਹਲੀ ਏ, ਉਡੀਕਦਾ ਹੀ ਨਹੀਂ। ਮੈਂ ਕੀ ਜਵਾਬ ਦੇਣਾ ਸੀ। ਚੁੱਪ ਕਰਕੇ ਹੌਲੀ ਟੁਰਨ ਲੱਗ ਪਿਆ, ਪਰ ਸ਼ਾਹੂ ਦੇ ਖੋਲਿਆਂ ਲਾਗੇ ਜਾ ਕੇ ਮੇਰੇ ਦਿਲ ਦੀ ਧੜਕਣ ਹੋਰ ਵੱਧ ਗਈ। ਪਹਿਲੀ ਜਾਤੀ ਜ਼ੋਰਾ ਉੱਤੇ ਪਈ। ਉਸ ਬੜੇ ਸੋਹਣੇ ਢੰਗ ਨਾਲ ਕੰਘੀ ਕੀਤੀ ਹੋਈ ਸੀ ਤੇ ਗੁੱਤ ਵਿੱਚ ਲਾਲ ਪਰਾਂਦਾ ਪਾਇਆ ਹੋਇਆ ਸੀ। ਮਾਸੀ ਜਾਂਦਿਆਂ ਹੀ ਜ਼ੋਰਾ ਨੂੰ ਆਖਿਆ, ਲੈ ਫੜਨੀ ਜ਼ੋਰਾ ਸੱਤੂ, ਸੰਭਾਲ ਕੇ ਰੱਖੀ, ਮੇਰੀ ਭੈਣ ਬੜੀ ਰੀਝ ਨਾਲ ਦਿੱਤੇ ਨੇ। ਮਾਸੀ ਅੱਗੇ ਲੰਘ ਗਈ। ਜ਼ੋਰਾ ਮੁਸਕਰਾਉਂਦੀ ਹੋਈ ਮੇਰੇ ਕੋਲ ਆਈ। ਉਸ ਮੇਰੇ ਸਿਰ ਤੋਂ ਸੱਤੂਆਂ ਦੀ ਪਟੋਕਲੀ ਫੜ ਕੇ ਹੌਲੀ ਜਿਹੀ ਆਖਿਆ, ਸੱਤੂ ਤੇ ਮੈਂ ਸੰਭਾਲ ਕੇ ਰੱਖ ਲੈ ਸਾਂ, ਤੈਨੂੰ ਕਿੱਥੇ ਰੱਖਾਂ? ਜਵਾਬ ਵਿੱਚ ਮੈਂ ਆਖਣਾ ਚਾਹੁੰਦਾ ਸਾਂ, ਅੱਖ ਦੀ ਪਟਾਰੀ ਵਿੱਚ ਤੇ ਦਿਲ ਦੀ ਅਲਮਾਰੀ ਵਿੱਚ, ਪਰ ਮੇਰੀ ਹਿੰਮਤ ਹੀ ਨਾ ਹੋਈ। ਉਂਝ ਸੱਤੂਆਂ ਦੀ ਪਟੋਕਲੀ ਫੜਨ ਵੇਲੇ ਮੈਂ ਉਹਦੀ ਉਂਗਲੀ ਉੱਤੇ ਆਪਣੀ ਉਂਗਲੀ ਨਾਲ ਕੁਝ ਦੱਬ ਦੇ ਦਿੱਤੀ ਸੀ। ਇੰਨਾ ਕੀ ਹੌਸਲਾ ਸੀ ਮੇਰੇ ਵਿੱਚ। ਖੌਰੇ ਮੇਰੀ ਉਂਗਲੀ ਦੇ ਦਬਾਅ ਪਾਰੋਂ ਜਾਂ ਟਹਿਕ ਦੇ ਹੁਸਨ ਪਾਰੋਂ ਉਹਦੀਆਂ ਅੱਖਾਂ ਵਿੱਚ ਚਮਕ ਤੇ ਰੌਣਕ ਆ ਗਈ ਸੀ। ਉਹ ਪਟੋਕਲੀ ਤੇ ਘਿਓ ਵਾਲਾ ਭਾਂਡਾ ਫੜ ਕੇ ਅੰਦਰ ਚਲੀ ਗਈ। ਮੈਨੂੰ ਅੰਦਰ ਆਉਣ ਲਈ ਕਿਸੇ ਵੀ ਨਾ ਆਖਿਆ। ਮੈਂ ਪਰਤ ਆਇਆ। ਰਾਹ ਵਿੱਚ ਆਪਣੇ ਆਪ ਨੂੰ ਟੁੰਬਦਾ ਰਿਹਾ, ਲੈ ਭਲਾ ਮੈਨੂੰ ਅੰਦਰ ਬੁਲਾਉਣ ਦੀ ਕੀ ਲੋੜ ਸੀ? ਮੈਂ ਆਪ ਹੀ ਚਲਾ ਜਾਂਦਾ ਤਾਂ ਕੀ ਸੀ। ਜਦ ਮੈਂ ਮਾਸੀ ਦੇ ਨਾਲ ਆਇਆ ਸਾਂ, ਫਿਰ ਰੁਕਾਵਟ ਕਾਹਦੀ ਸੀ? ਭਲਾ ਨਾਲ ਆਏ ਨੂੰ ਕੀ ਮੁੜ ਕੇ ਆਖਣਾ ਪੈਂਦਾ ਏ? ਨਹੀਂ, ਮੈਂ ਆਪ ਹੀ ਝੁੱਡੂ ਆਂ। ਨਾਲ ਲਿਜਾਵਣ ਦਾ ਮਤਲਬ ਇਹ ਏ ਕਿ ਆ ਜਾ, ਤੇਰੇ ਲਈ ਬੂਹੇ ਖੁੱਲ੍ਹੇ ਨੇ। ਇੱਕ ਦਿਲ ਕਰੇ ਫੇਰ ਪਰਤ ਜਾਵਾਂ, ਪਰ ਕੀ ਭੱਜ ਲਾਵਾਂ? ਆਖ ਦੇਸਾਂ ਐਵੇਂ ਹੀ। ਲੈ ਐਵੇਂ ਕੀ ਹੋਇਆ? ਐਵੇਂ ਤੇ ਐਵੇਂ ਹੁੰਦਾ ਏ। ਹੋ ਸਕਦਾ ਏ ਮੇਰੇ ਇੰਜ ਮੁੜ ਜਾਵਣ ਨਾਲ ਬਣੀ ਗੱਲ ਵਿਗੜ ਜਾਵੇ। ਨਹੀਂ, ਕਦੀ ਫੇਰ ਸਹੀ ਕਿਸੇ ਬਹਾਨੇ ਚਲਾ ਜਾਸਾਂ, ਪਰ ਫੇਰ ਵੀ ਬਹਾਨਾ ਹੀ ਤੇ ਚਾਹੀਦਾ ਏ। ਹੁਣ ਕਿਉਂ ਨਹੀਂ? ਹੁਣ ਕੋਈ ਬਹਾਨਾ ਨਹੀਂ ਸੁੱਝਦਾ। ਕੁਝ ਸੋਚ। ਕੀ ਸੋਚਾਂ? ਮੇਰਾ ਤੇ ਖੌਰੇ ਦਿਮਾਗ ਹੀ ਸੁੰਨ ਹੋ ਗਿਆ ਹੋਇਆ ਏ। ਪਾਗਲ ਤੇ ਨਹੀਂ ਹੋ ਗਿਆ ਮੈਂ? ਇੰਜ ਦੀਆਂ ਕਈ ਦਲੀਲਾਂ ਮੇਰੇ ਮਨ ਵਿੱਚ ਆਈਆਂ। ਟੁਰਦਾ ਖਲੋ ਕੇ ਪਰਤ ਕੇ ਵੇਖਦਾ, ਸੋਚਦਾ, ਖੌਰੇ ਉਹ ਵੀ ਮੈਨੂੰ ਵੇਖਦੀ ਹੋਵੇ, ਪਰ ਉੱਥੇ ਤੇ ਕੋਈ ਵੀ ਨਹੀਂ ਸੀ ਵੇਖਣ ਵਾਲਾ। ਆਖਰ ਆਪਣੇ ਆਪ ਨੂੰ ਧਰੂ ਕੇ ਮੈਂ ਘਰ ਪਰਤ ਆਇਆ। ਘਰ ਆ ਕੇ ਮੈਂ ਕੁਝ ਪੜ੍ਹਨ ਦਾ ਯਤਨ ਕੀਤਾ, ਪਰ ਕੋਈ ਲਫ਼ਜ਼ ਪੱਲੇ ਨਹੀਂ ਸੀ ਪੈਂਦਾ। ਕਈ ਸਫ਼ੇ ਪੜ੍ਹ ਲਏ, ਪਰ ਪਤਾ ਨਹੀਂ ਚੱਲਿਆ ਕੀ ਪੜ੍ਹਿਆ ਤੇ ਕਿੱਥੋਂ ਪੜ੍ਹਿਆ ਏ। ਵੇਲਾ ਗੁਜ਼ਰਨ ਦੇ ਨਾਲ ਸਾਡਾ ਅਰਾਈ ਲੋਕਾਂ ਨਾਲ ਵਾਹਵਾ ਘਸ ਪੈ ਗਿਆ। ਮਾਸੀ ਦੇ ਘਰ ਜਾਣਾ ਹੋ ਗਿਆ। ਕਦੀ ਜ਼ੋਰਾ ਨਾਲ ਮੁਲਾਕਾਤ ਹੋ ਜਾਂਦੀ ਤੇ ਕਦੀ ਕੋਈ ਨਾ। ਚਾਚਾ ਅੱਲਾ ਦਿੱਤਾ ਵੀ ਮੇਰੇ ਪਿਓ ਦਾ ਭਰਾ ਬਣ ਗਿਆ। ਇਹਨਾਂ ਦੀ ਇੱਕੋ ਧੀ ਸੀ ਅੱਲਾ ਰੱਖੀ, 2 ਕੁ ਸਾਲ ਦੀ ਸੀ, ਹੋਰ ਕੋਈ ਬਾਲ ਨਹੀਂ ਸੀ ਹੋਇਆ। ਵਾਹੀ ਬੀਜੀ ਦੇ ਕੰਮਾਂ ਵਿੱਚ ਚਾਚਾ ਅੱਲਾ ਦਿੱਤਾ ਤੇ ਮੇਰਾ ਪਿਓ ਇੱਕ ਦੂਜੇ ਦਾ ਹੱਥ ਵਟਾਉਂਦੇ ਸਨ, ਕੰਮ ਆਉਂਦੇ ਸਨ ਤੇ ਲਿਹਾਜ਼ ਕਰਦੇ ਸਨ। ਮੇਰੇ ਸਕੇ ਚਾਚੇ ਦੀ ਅਹਿਮੀਅਤ ਘਟ ਗਈ ਸੀ। ਇਸੇ ਕਾਰਨ ਚਾਚੇ ਆਪਣਾ ਕੰਮ ਵੱਖਰਾ ਕਰ ਲਿਆ। ਉਹਦੇ 2 ਪੁੱਤਰ ਘਬਰਾਟੇ ਸਨ। ਸੁੰਝੇ ਰਾਹ ਹੋਏ ਤਾਂ ਮਾਸੀ ਬਸ਼ੀਰਾ ਮੇਰੀ ਮਾਂ ਨਾਲੋਂ ਜ਼ਿਆਦਾ ਮੇਰੇ ਪਿਓ ਦੀ ਸੱਜਣ ਲੱਗਦੀ ਸੀ। ਚਾਚਾ ਅੱਲੇ ਦਿੱਤੇ ਨਾਲੋਂ ਜ਼ਿਆਦਾ ਮੇਰੇ ਪਿਓ ਨਾਲ ਖੁਸ਼ ਜਾਪਦੀ ਸੀ। ਮੇਰੀ ਮਾਂ ਨੂੰ ਸਭ ਕੁਝ ਮਾਲੂਮ ਸੀ,
ਪਰ ਮੂੰਹੋਂ ਕੁਝ ਨਹੀਂ ਸੀ ਕਹਿੰਦੀ। ਅੰਦਰੋਂ ਅੰਦਰ ਕੁੜਦੀ ਰਹਿੰਦੀ ਸੀ। ਮਾਂ ਦੀ ਹਾਲਤ ਤੋਂ ਮੈਂ ਬੇਖਬਰ ਨਹੀਂ ਸਾਂ, ਪਰ ਮੇਰੀ ਲੋੜ ਵੀ ਇਸੇ ਗੱਲ ਵਿੱਚ ਸੀ ਕਿ ਗੱਲ ਬਣੀ ਰਵੇ, ਵਿਗੜੇ ਨਾ। ਨਾਲੇ ਬਸ਼ੀਰਾਂ ਦੇ ਆਵਣ ਨਾਲ ਮੇਰੇ ਪਿਓ ਨੂੰ ਮੇਰੇ ਉੱਤੇ ਘੱਟ ਹੀ ਗੁੱਸਾ ਚੜ੍ਹਦਾ ਸੀ। ਜ਼ੋਰਾ ਚਾਚਾ ਅੱਲਾ ਦਿੱਤੇ ਦੀ ਸਕੀ ਭੈਣ ਨਹੀਂ ਸੀ, ਫੁੱਫੀ ਦੀ ਧੀ ਸੀ। ਫੁੱਫੀ ਫੁੱਫੜ ਦੇ ਮਰਨ ਮਗਰੋਂ ਜ਼ੋਰਾ ਤੇ ਇਹਦਾ ਭਰਾ ਦੋਵੇਂ ਇਹਦੇ ਕੋਲ ਹੀ ਰਹੇ ਸਨ। ਜ਼ੋਰਾ ਦਾ ਭਰਾ ਅਨਾਇਤ ਬਿਲਕੁਲ ਸਿੱਧੜ ਸੀ, ਅਸਾਂ ਉਹਨੂੰ ਘੁੱਗੂ ਆਖਦੇ ਸਾਂ। ਉਹਦਾ ਮੂੰਹ ਵੀ ਤੇ ਬਿਲਕੁਲ ਢੁੱਬਰਾ ਮੱਛੀ ਵਰਗਾ ਸੀ, ਲੰਮਾ ਤੇ ਗੋਲ ਜਿਹਾ। ਚਾਚੇ ਦੇ ਵੱਖ ਹੋਵਣ ਨਾਲ ਪਿਓ ਨੂੰ ਕੰਮ ਕਰਨਾ ਪੈਂਦਾ ਸੀ। ਪਿਓ ਲਈ ਕੰਮ ਕਰਨਾ ਔਖਾ ਸੀ। ਆਪਣੇ ਕੰਮਾਂ ਕਾਰਾਂ ਵਿੱਚ ਹੁਣ ਮੈਨੂੰ ਵੀ ਨਾਲ ਲਿਜਾਵਣ ਲੱਗ ਪਿਆ। ਕਦੇ ਸਕੂਲ ਜਾਵਣ ਦੀ ਇਜਾਜ਼ਤ ਮਿਲ ਜਾਂਦੀ ਤੇ ਕਦੇ ਕੋਈ ਨਾ। ਪੜ੍ਹਾਈ ਦੇ ਮੁੱਕਣ ਮਗਰੋਂ ਮੈਂ ਵਾਹੀ ਬੀਜੀ ਦੇ ਕੰਮਾਂ ਵਿੱਚ ਜੁਟ ਗਿਆ ਤੇ ਛੇਤੀ ਹੀ ਲਾਦੂ ਹੋ ਗਿਆ। ਵਾਹੀ ਦੇ ਮੋਟੇ-ਮੋਟੇ ਸਾਰੇ ਕੰਮ ਸਿੱਖ ਲਏ। ਮੇਰੇ ਲਾਦੂ ਨਿਕਲ ਆਵਣ ਉੱਤੇ ਪਿਓ ਇੱਕ ਹੋਰ ਜੋਗ ਬਣਾ ਲਈ ਤੇ ਇੱਕ ਕਾਮਾ ਵੀ ਰੱਖ ਲਿਆ। ਰਿਵਾਜ ਮੁਜਬ ਸਾਲ ਦੀਆਂ 3 ਮਾਣੀਆਂ ਦਾਣੇ ਦੇਣੇ ਕੀਤੇ ਸੀ। ਸਾਡਾ ਕਾਮਾ ਹੁਸੈਨੂ ਜੋਧੇ ਵਾਲਾ ਪਿਓ ਦਾ ਸ਼ਰੀਕੇ ਵਿੱਚੋਂ ਭਰਾ ਸੀ। ਇਸੇ ਹਿਸਾਬ ਨਾਲ ਮੇਰਾ ਚਾਚਾ ਹੋਇਆ। ਜੋਧੇ ਵਾਲਾ ਹੁੱਕੇ ਦਾ ਡਾਢਾ ਪਿਆਕ ਸੀ, ਗੱਲਾਂ ਦਾ ਗਾਲੜੀ, ਬਦਨੀਤਾ, ਗੱਪੀ ਤੇ ਕਾਮਚੋਰ ਸੀ। ਕੱਦ ਕਾਠ ਦਾ ਉੱਚਾ ਲੰਮਾ ਗੱਭਰੂ, ਉਂਝ ਡਰਪੋਕ, ਬੁਜ਼ਦਿਲ ਤੇ ਪਾਦੜ। ਖਾਂਦਾ ਬਹੁਤ ਸੀ ਤੇ ਸੌਵਣ ਵੇਲੇ ਘੁਰਾੜੇ ਬਹੁਤ ਮਾਰਦਾ ਸੀ। ਬਹਾਨੇਬਾਜ਼ ਤੇ ਢੀਠ ਕਿਸਮ ਦਾ ਜਵਾਨ ਸੀ। ਮੈਂ ਆਖਦਾ, ਚਾਚਾ ਜੇ ਤੂੰ ਬਦਨੀਤਾ ਨਾ ਹੋਵੇਂ ਤਾਂ ਬਹੁਤ ਸੋਹਣਾ ਗੱਭਰੂ ਏ। ਜਵਾਬ ਵਿੱਚ ਜੋਧੇ ਵਾਲਾ ਗਾਲਾਂ ਕੱਢਦਾ ਤੇ ਪਿਓ ਅੱਗੇ ਮੇਰੀ ਸ਼ਿਕਾਇਤ ਕਰਦਾ, ਭਾਈਆ ਤੇਰਾ ਇਹ ਸਕੂਲੀਆ ਮੁੰਡਾ ਮੇਰਾ ਉੱਕਾ ਲਿਹਾਜ਼ ਨਹੀਂ ਕਰਦਾ। ਪਿਓ ਮੈਨੂੰ ਝਾੜ ਪਾਉਂਦਾ ਤੇ ਸਾਊ ਅਸੀਲ ਰਹਿਣ ਦੀ ਨਸੀਹਤ ਕਰਦਾ। ਸਾਵਨੀ ਸ਼ੁਰੂ ਸੀ, ਔੜ ਲੱਗੀ ਹੋਈ ਸੀ। ਅੱਜ ਪਹਿਲੇ ਦਿਨ ਹੁਸੈਨੂ ਜੋਧੇ ਵਾਲਾ ਤੇ ਮੈਂ ਹਰਨਾਲੀਆਂ ਕਰਕੇ ਪੈਲੀਆਂ ਦੇ ਵਿੱਚ ਹਲ ਜੋਵਣ ਗਏ। ਝੋਨੇ ਵਾਸਤੇ ਕਦੋਂ ਤਿਆਰ ਕਰਨਾ ਸੀ। ਲੋਕ ਵੀ ਹਰ ਪਾਸੇ ਆਪਣੀਆਂ ਆਪਣੀਆਂ ਪੈਲੀਆਂ ਵਿੱਚ ਕੱਦੋ ਮਾਰ ਰਹੇ ਸਨ। 4 ਚਫੇਰੇ ਪਾਣੀ ਹੀ ਪਾਣੀ ਸੀ ਤੇ ਹਾਲੀਆਂ ਦੀ ਛੱਬਲ ਛੱਬਲ ਹੋ ਰਹੀ ਸੀ। ਜੋਧੇ ਵਾਲੇ ਹਲ ਅੱਗੇ ਲਾ ਲਿਆ ਤੇ ਮੇਰਾ ਹਲ ਪਿੱਛੇ ਸੀ। ਉਸ ਪਹਿਲੀ ਰਾਲ ਹੀ ਡਿੰਗੀ ਮਾਰੀ ਤੇ ਮੈਂ ਆਖਿਆ, ਚਾਚਾ ਰਾਲ ਤੇ ਸਿੱਧੀ ਮਾਰਨੀ ਸੀ। ਉਸ ਜਵਾਬ ਨਾ ਦਿੱਤਾ, ਸਗੋਂ ਜੋਗ ਨੂੰ ਖਿੱਝ ਕੇ ਗਾਲਾਂ ਦਿੰਦਾ ਹੋਇਆ ਸੋਟੇ ਮਾਰਨ ਲੱਗ ਪਿਆ। ਫਿਰ ਵੀ ਮੈਂ ਕੁਝ ਨਾ ਆਖਿਆ, ਜਿਵੇਂ ਮਰਜ਼ੀ ਪਿਆ ਕਰੇ। ਜੋਧੇ ਵਾਲਾ ਕਦੇ ਪਾਗਲਾਂ ਵਾਂਗਰ ਉੱਚੀ ਉੱਚੀ ਗਾਵਣ ਲੱਗ ਪੈਂਦਾ ਤੇ ਕਦੀ ਡੰਗਰਾਂ ਨੂੰ ਗਲੀਜ਼ ਗਾਲਾਂ ਕੱਢਦਾ। ਜਦ ਤੀਕ ਉਹਦਾ ਸੰਗ ਬਹਿ ਨਾ ਜਾਂਦਾ, ਉਹ ਬਕੀ ਜਾਂਦਾ। ਅਸਾਂ 2 ਜੋਗਾਂ ਦੇ ਨਾਲ ਕਿੱਲੇ ਨੂੰ ਦੋਹਰ ਲਾ ਕੇ ਸੁਹਾਗਣਾ ਸੀ। ਇਹ ਕੰਮ ਤਾਂ ਹੀ ਵੇਲੇ ਸਿਰ ਹੋ ਸਕਦਾ ਸੀ ਜੇ ਅਸੀਂ ਵਕਤ ਗਵਾਇਆ ਬਗੈਰ ਕੰਮ ਕਰਦੇ ਰਹਿੰਦੇ। ਪਰ ਜੋਧੇ ਵਾਲਾ ਤੇ ਝੱਟ ਮਗਰੋਂ ਜੋਗ ਇੱਕ ਪਾਸੇ ਖਿਲਾਰ ਕੇ ਦੂਜੇ ਹਾਲੀਆਂ ਕੋਲੋਂ ਹੁੱਕਾ ਲੈ ਕੇ ਚਿੱਕਣ ਬਹਿ ਜਾਂਦਾ। ਭਲਾ ਇੱਕ ਜੋਗ ਨਾਲ ਕਿਵੇਂ ਕੰਮ ਨਿਬੜ ਸਕਦਾ ਸੀ। ਰੋਜ਼ ਇੰਝ ਹੀ ਹੁੰਦਾ ਸੀ। ਲੋਕ ਤਾਂ 12 ਵਜੇ ਤੱਕ ਹਲ ਵਾਹ ਕੇ ਸੁਹਾਗ ਲੈਂਦੇ, ਪਰ ਅਸੀਂ ਪੇਸ਼ੀ ਵੇਲੇ ਤੀਕ ਫਸੇ ਰਹਿੰਦੇ। ਜੋਗਾਂ ਵੀ ਅੱਕ ਜਾਂਦੀਆਂ ਤੇ ਕਾਲੀਆਂ ਪੈ ਜਾਂਦੀਆਂ। ਕਦੀ ਕਦੀ ਗੁੱਸੇ ਵਿੱਚ ਜੋਗਾਂ ਅਰਲੀ ਗਾਤਰਾਂ ਭੰਨ ਸੁੱਟਦੀਆਂ ਸਨ, ਜਿਹਦੇ ਨਾਲ ਸਾਨੂੰ ਹੋਰ ਕਵੇਲ ਹੋ ਜਾਂਦੀ ਸੀ। ਜੋਧੇ ਵਾਲੇ ਦੀ ਇਸ ਹਰਕਤ ਉੱਤੇ ਮੈਨੂੰ ਗੁੱਸਾ ਆਉਂਦਾ, ਬਹੁਤ ਖਿਝ ਚੜ੍ਹਦੀ, ਪਰ ਕੀ ਕਰ ਸਕਦਾ ਸਾਂ। ਹਲ ਛੱਡਣ ਮਗਰੋਂ ਵੱਟ ਬੰਨੇ ਦੇ ਕੰਮ ਵੇਲੇ ਜੋਧੇ ਵਾਲਾ ਆਖਦਾ, ਲੈ ਓਏ ਫੜ ਕਹੀ ਤੇ ਵੱਟਾਂ ਬੰਨੇ ਠੀਕ ਕਰ, ਮੈਂ ਜਰਾ ਹੁੱਕੇ ਦੀ ਵਾਰੀ ਲਾ ਲਵਾਂ। ਉਹ ਆਰਾਮ ਨਾਲ ਬਹਿ ਕੇ ਹੁੱਕਾ ਚੱਕਦਾ ਤੇ ਮੈਂ ਵੱਟਾਂ ਬੰਨੇ ਬਣਾਵਦਾ। ਜੋਧੇ ਵਾਲਾ ਵੱਧਦਾ ਵੀ ਹੁੱਕਾ ਚੱਕਦਾ ਉੱਤੇ ਕੜਕਦੀ ਧੁੱਪੇ ਹੀ ਸੌਂ ਜਾਂਦਾ ਸੀ। ਮੇਰੇ ਇਕੱਲੇ ਕੋਲੋਂ ਕੰਮ ਪੂਰਾ ਨਹੀਂ ਸੀ ਹੋ ਸਕਦਾ। ਥੱਕ ਕੇ ਚੂਰ ਵੱਖ ਹੋ ਜਾਂਦਾ ਸਾਂ। ਕੰਮ ਪੂਰਾ ਨਾ ਹੋਵਣ ਪਾਰੋਂ ਸ਼ਾਮ ਨੂੰ ਪਿਓ ਕੋਲੋਂ ਝਾੜ ਵੀ ਪੈਂਦੀ ਤੇ ਮੇਰੇ ਅੰਦਰ ਇੱਕ ਹੋਰ ਸਾੜ ਪੈਦਾ ਹੁੰਦਾ। ਕੁਝ ਦਿਨਾਂ ਮਗਰੋਂ ਮੇਰੇ ਪਿਓ ਇੱਕ ਹੁੱਕਾ ਲੈ ਜਾਵਣ ਦੀ ਇਜਾਜ਼ਤ ਦੇ ਦਿੱਤੀ। ਹੁੱਕਾ ਮਿਲ ਜਾਵਣ ਉੱਤੇ ਜੋਧੇ ਵਾਲਾ ਬੜਾ ਖੁਸ਼ ਸੀ। ਉਹ ਹੁੱਕੇ ਲਈ ਪਾਥੀਆਂ ਗੋਹੇ ਨਾਲ ਲੈ ਆਉਂਦਾ। ਬੰਨੇ ਉੱਤੇ ਜੋਧੇ ਵਾਲਾ ਅੱਗ ਦੱਬ ਕੇ ਰੱਖਦਾ ਤੇ ਝੱਟ ਪਿੱਛੋਂ ਹਲ ਖਿਲਾਰ ਕੇ ਹੁੱਕਾ ਚੱਕਣ ਬਹਿ ਜਾਂਦਾ। ਕੰਮ ਫੇਰ ਵੀ ਮੈਨੂੰ ਹੀ ਕਰਨਾ ਪੈਂਦਾ ਸੀ। ਫਿਰ ਉਹੀ ਅਮਲ, ਇੱਕ ਜੋਗ ਖਲੋਤੀ ਰਹਿੰਦੀ ਤੇ ਇੱਕ ਨਾਲ ਮੈਂ ਹਲ ਚਲਾਈ ਜਾਂਦਾ। ਭਲਾ ਇੱਕ ਜੋਗ 2 ਜੋਗਾਂ ਦਾ ਕੰਮ ਕਿੰਜ ਨਿਬੇੜ ਸਕਦੀ ਸੀ। ਫਿਰ ਉਹ ਪੇਸ਼ੀ ਵਾਲਾ ਹੀ ਹੋ ਜਾਂਦਾ ਤੇ ਇੰਝ ਹੀ ਫੇਰ ਮੈਨੂੰ ਵੱਟਾਂ ਬੰਨੇ ਬਣਾਵਣੇ ਪੈਂਦੇ। ਜੋਧੇ ਵਾਲਾ ਮਜ਼ੇ ਨਾਲ ਬੰਨੇ ਉੱਤੇ ਬਹਿ ਕੇ ਹੁੱਕਾ ਚੱਕਦਾ ਰਹਿੰਦਾ। ਕਦੋਂ ਦੇ ਕੰਮ ਮਗਰੋਂ ਜਵਾਰ ਦੇ ਪੱਠੇ ਵੱਢਣੇ ਪੈਂਦੇ, ਇਹ ਵੀ ਮੈਨੂੰ ਹੀ ਕਰਨਾ ਪੈਂਦਾ। ਜੋਧੇ ਵਾਲਾ ਹੁੱਕੇ ਜੋ ਚੱਕਣਾ ਹੁੰਦਾ ਸੀ। ਪਿਓ ਦੇ ਸ਼ਰੀਕੇ ਦਾ ਭਰਾ ਸੀ, ਮੈਂ ਕੁਝ ਕਹਿ ਵੀ ਨਹੀਂ ਸੀ ਸਕਦਾ। ਤੰਗ ਆ ਕੇ ਮੈਂ ਵੀ ਹੁੱਕਾ ਚੱਕਣਾ ਸ਼ੁਰੂ ਕਰ ਦਿੱਤਾ। ਆਖਰ ਸਾਹ ਲੈਣ ਲਈ ਜਾਂ ਕੁਝ ਦੇਰ ਆਰਾਮ ਕਰਨ ਲਈ
ਕੋਈ ਬਹਾਨਾ ਤੇ ਚਾਹੀਦਾ ਸੀ। ਇੰਜ ਕਰਕੇ ਮੈਂ ਵੀ ਹੁੱਕੇ ਦਾ ਪਿਆਕ ਬਣ ਗਿਆ। ਪਹਿਲੇ ਪਹਿਲ ਚੱਕਰ ਵੀ ਆਏ ਸਨ ਤੇ ਉਬਕਾਈਆਂ ਵੀ, ਪਰ ਫੇਰ ਸਭ ਕੁਝ ਖੂਨ ਦਾ ਹਿੱਸਾ ਬਣ ਗਿਆ ਤੇ ਹੁਣ ਤੀਕਰ ਬਣਿਆ ਹੋਇਆ ਏ। ਰੋਂਦਿਆਂ ਧੋਂਦਿਆਂ ਹੀ ਵੇਲਾ ਲੰਘ ਰਿਹਾ ਸੀ। ਇੱਕ ਦਿਨ ਸਾਡੀ ਨਹਿਰੀ ਪਾਣੀ ਦੀ ਵਾਰੀ ਸੀ। ਮੋਗੇ ਵਿੱਚੋਂ ਨਿਕਲ ਕੇ ਪਾਣੀ ਬੜੇ ਆਰਾਮ ਨਾਲ ਖਾਲ ਦੇ ਵਿੱਚੋਂ ਵਿੱਚ ਹੁੰਦਾ ਹੋਇਆ ਪੈਲੀ ਵਿੱਚ ਖਿੱਲਰ ਗਿਆ ਸੀ। ਹਲ ਛੱਡਣ ਮਗਰੋਂ ਮੈਂ ਪਾਣੀ ਲਈ ਫੇਰਾ ਮਾਰਨ ਗਿਆ। ਮੋਢੇ ਉੱਤੇ ਕਹੀ ਸੀ ਤੇ ਹੱਥ ਵਿੱਚ ਸੋਟੀ, ਕਿਉਂ ਜੂ ਉਹਨਾਂ ਦਿਨਾਂ ਵਿੱਚ ਸੱਪ ਬਹੁਤ ਨਿਕਲ ਆਉਂਦੇ ਸਨ। ਖਾਲ ਦੇ ਨਾਲ ਜੁੰਮੇ ਦਾ ਪੁੱਤਰ ਨਜ਼ੀਰ ਪਨੀਰੀ ਪਿਆ ਪੁੱਟਦਾ ਸੀ ਤੇ 2 ਪੈਲੀਆਂ ਦੀ ਵਿੱਥ ਉੱਤੇ ਕੁਝ ਸਵਾਣੀਆਂ ਉਸ ਪਨੀਰੀ ਦੀ ਲਾਭ ਪਈਆਂ ਲਾਉਂਦੀਆਂ ਸਨ। ਨਜ਼ੀਰ ਖਾਲ ਨੂੰ ਚੋਰੀ ਖੱਡ ਕਰਕੇ ਆਪਣੀ ਪਨੀਰੀ ਵਿੱਚ ਪਾਣੀ ਛੱਡਿਆ ਹੋਇਆ ਸੀ। ਧੁੱਪ ਕਾਰਨ ਪਨੀਰੀ ਦਾ ਪਾਣੀ ਤਪ ਜਾਂਦਾ ਏ। ਪਾਣੀ ਵਿੱਚ ਬਹਿ ਕੇ ਪਨੀਰੀ ਪੁੱਟਣ ਨਾਲ ਪੈਰ ਤੇ ਲੱਤਾਂ ਲੂਸ ਜਾਂਦੀਆਂ ਸਨ। ਮੈਂ ਸਮਝਿਆ ਹੋ ਸਕਦਾ ਏ ਨਜ਼ੀਰ ਤਪਦੇ ਪਾਣੀ ਵਿੱਚ ਠੰਡਾ ਪਾਣੀ ਮਿਲਾਵਣ ਲਈ ਖੱਡ ਕੀਤੀ ਹੋਵੇ। ਮੈਂ ਪਨੀਰੀ ਦੇ ਪਾਣੀ ਨੂੰ ਆਪਣੇ ਪੈਰ ਨਾਲ ਚੂਹ ਕੇ ਵੇਖਿਆ ਤਾਂ ਪਾਣੀ ਠੰਡਾ ਸੀ। ਮੈਂ ਉਹ ਖੱਡ ਬੰਦ ਕਰ ਦਿੱਤੀ ਤੇ ਅੱਗੇ ਮੋਗੇ ਤੀਕਰ ਚਲਾ ਗਿਆ। ਮੋਗੇ ਤੋਂ ਪਰਤ ਕੇ ਆਇਆ ਤਾਂ ਖੱਡ ਫੇਰ ਵਗ ਰਹੀ ਸੀ। ਮੈਂ ਆਖਿਆ, ਓਏ ਨਜ਼ੀਰ, ਤੈਨੂੰ ਸਬਰ ਹੀ ਨਹੀਂ ਆਉਂਦਾ। ਹੁਣੇ ਮੈਂ ਖੱਡ ਬੰਦ ਕੀਤੀ ਸੀ, ਤੂੰ ਫੇਰ ਖੋਲ ਲਈਏ। ਤੈਨੂੰ ਪਤਾ ਏ ਕਿ ਕਿੰਨੀ ਦੂਰ ਪਾਣੀ ਜਾ ਰਿਹਾ ਏ। ਪਰ ਨਜ਼ੀਰ ਤੇ ਉਲਟ ਸੀ। ਉਸ ਗਾਲ ਕੱਢ ਕੇ ਆਖਿਆ, ਕਿਸ ਮਾਂ ਖੱਡ ਕੀਤੀ ਏ ਤੇ ਕੌਣ ਕਹਿੰਦਾ ਏ? ਕਮਾਲ ਏ ਬਈ, ਮੈਂ ਹੱਕਾ ਬੱਕਾ ਸਾਂ। ਨਜ਼ੀਰ ਦੀਆਂ 10-15 ਪੈਲੀਆਂ ਆਪਣੀਆਂ ਸਨ। ਉਹਦੇ ਪਿਓ ਦੀ ਮਲਕੀਅਤ ਸੀ। ਉਹਦੇ ਘਰ ਵੀ ਆਪਣੀ ਥਾਂ ਉੱਤੇ ਸਨ। ਖੌਰੇ ਉਹਦੇ ਵਿੱਚ ਮਲਕੀਅਤ ਬੋਲਦੀ ਸੀ ਜਾਂ ਧੁੱਪ ਦਾ ਆਕਿਆ ਹੋਇਆ ਸੀ। ਉਂਝ ਉਹ ਹੈ ਵੀ ਗੱਭਰੂ ਸੀ। 2 ਬਾਲਾਂ ਦਾ ਪਿਓ ਵੀ ਸੀ। ਮੈਂ ਆਖਿਆ, ਗਾਲਾਂ ਕੱਢਦਿਆਂ ਤੈਨੂੰ ਸ਼ਰਮ ਨਹੀਂ ਆਉਂਦੀ ਬੇਸ਼ਰਮਾ? ਮੇਰੀ ਇੰਨੀ ਗੱਲ ਆਖਣ ਉੱਤੇ ਉਹ ਹੋਰ ਗਰਮ ਹੋ ਗਿਆ। ਉੱਠ ਕੇ ਮੇਰੇ ਵੱਲ ਆਇਆ। ਅਖੇ ਜਾਤ ਦੀ ਕੋੜ ਕਰ ਲਈ ਤੇ ਸ਼ਤੀਰਾਂ ਨੂੰ ਜੱਫੇ। ਓਏ, ਕਿਹੜੀ ਗੱਲ ਤੇ ਮਾਣ ਏ ਤੈਨੂੰ? ਨਾ ਘਰ ਨਾ ਘਾਟ, ਭੋਏ ਨਾ ਭਾਂਡਾ। ਅਸੀਂ ਮਾਲਕੀ ਵਾਲੇ ਹਾਂ। ਕੰਮੀ ਹੋ ਕੇ ਸਾਹਮਣੇ ਬੋਲਣਾ ਏ? ਨਾਸਾਂ ਭੰਨ ਦਿਆਂਗਾ ਤੇਰੀਆਂ। ਉਸ ਮੈਨੂੰ ਮੁੱਕਾ ਕੱਢ ਮਾਰਿਆ। ਫੇਰ ਪਤਾ ਨਹੀਂ ਮੈਨੂੰ ਕੀ ਹੋਇਆ। ਮੈਂ ਉਸ ਨੂੰ ਲੱਕੋਂ ਜੱਫਾ ਮਾਰ ਕੇ ਵਗਦੇ ਖਾਲ ਵਿੱਚ ਸੁੱਟ ਲਿਆ। ਜਿੰਨਾ ਮੈਥੋਂ ਕੁੱਟਿਆ ਗਿਆ ਮੈਂ ਉਹਨੂੰ ਕੁੱਟਿਆ। ਜੇ ਲਾਭ ਲਾਵਣ ਵਾਲੀਆਂ ਸਵਾਣੀਆਂ ਆ ਕੇ ਨਾ ਛੁਡਵਾਉਂਦੀਆਂ ਤੇ ਖੌਰੇ ਮੈਂ ਕਹੀ ਦੇ ਵਾਰ ਵੀ ਕਰ ਦਿੰਦਾ। ਮੈਂ ਉਹਨੂੰ ਕੁੱਟ ਤੇ ਲਿਆ, ਪਰ ਉਹਦੇ ਬੋਲ ਮੇਰੇ ਸੀਨੇ ਵਿੱਚ ਜ਼ਖਮ ਬਣਾ ਗਏ ਸਨ। ਨਾ ਘਰ ਨਾ ਘਾਟ, ਭੋਏ ਨਾ ਭਾਂਡਾ। ਕਿਸ ਗੱਲ ਉੱਤੇ ਮਾਣ ਏ ਤੈਨੂੰ? ਕੰਮੀ ਹੋ ਕੇ ਸਾਹਮਣੇ ਬੋਲਣਾ ਏ? ਹਾਂ, ਗੱਲ ਤੇ ਉਹਦੀ ਠੀਕ ਸੀ। ਮੈਨੂੰ ਕਾਹਦੇ ਉੱਤੇ ਮਾਣ ਸੀ? ਕੀ ਸੀ ਸਾਡੇ ਕੋਲ? ਕਈ ਸਵਾਲ ਉੱਭਰੇ ਸਨ ਮੇਰੇ ਹਿਰਦੇ ਵਿੱਚੋਂ, ਪਰ ਕਿਸੇ ਸਵਾਲ ਦਾ ਜਵਾਬ ਵੀ ਨਹੀਂ ਸੀ। ਕਿਸੇ ਮੇਰੇ ਸਕੇ ਕੋਲ ਵੀ ਨਹੀਂ ਸੀ। ਇਹ ਸਾੜ ਵੀ ਮੇਰੇ ਅੰਦਰ ਹੀ ਧੁਖਦਾ ਰਿਹਾ। ਜ਼ੋਰਾਂ ਤੇ ਆਖਿਆ ਕਰਦੀ ਸੀ ਕਿ ਤੇਰੇ ਵਿੱਚ ਕੁਝ ਹੈ, ਪਰ ਮੇਰੇ ਵਿੱਚ ਕੁਝ ਵੀ ਨਹੀਂ ਸੀ। ਕਿਸੇ ਸਵਾਲ ਦਾ ਜਵਾਬ ਵੀ ਨਹੀਂ ਸੀ। ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ।